ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੱਡੀ ਐਟ ਇਨਫੋ 'ਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਪਟਵਾਰੀ, ਐਕਸਾਈਜ਼ ਇੰਸਪੈਕਟਰ ਤੇ ਕਲਰਕ ਦੇ ਆਉਣ ਵਾਲੇ ਪੇਪਰ ਦੇ ਪੋਲੀਟੀਕਲ ਇਸ਼ੂ ਦੇ ਜਿਹੜੇ ਟੌਪਿਕ ਹੈ ਜੀਕੇ ਦੇ ਉਹ ਕਵਰ ਕਰਾਂਗੇ। ਇਸ ਸੰਬੰਧੀ ਪੁਰਾਣੇ ਲੈਕਚਰ ਜਿਹੜੇ ਤੁਸੀਂ ਪਲੇਲਿਸਟ 'ਚ ਜਾ ਕੇ ਦੂਜੀਆਂ ਵੀਡੀਓਜ਼ ਦੇਖ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਿਓ। ਇਸ ਲੈਕਚਰ ਦੀ PDF ਜਿਹੜੀ ਤੁਹਾਨੂੰ ਉਹ ਟੈਲੀਗ੍ਰਾਮ ਤੇ ਮਿਲੇਗੀ। ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰ ਲਿਓ। ਟੈਲੀਗ੍ਰਾਮ ਦਾ ਲਿੰਕ ਜਿਹੜਾ ਤੁਹਾਡਾ ਡਿਸਕ੍ਰਿਪਸ਼ਨ ਬਾਕਸ ਮਿਲ ਜਾਵੇਗਾ। ਪਾਰਟ 4 ਵੀਡੀਓ ਲੈ ਕੇ ਇਹਦੇ ਵਿੱਚ ਆਪਾਂ 20 ਕੁਐਸਚਨਸ ਇੰਡੀਅਨ ਪੋਲਿਟੀ ਐਂਡ ਕਨਸਟੀਟਿਊਸ਼ਨ ਦੇ ਕਵਰ ਕਰਾਂਗੇ। ਠੀਕ ਹੈ, ਚਲੋ ਕੁਐਸਚਨ ਸਟਾਰਟ ਕਰਦੇ ਹਾਂ। ਕੁਐਸਚਨ ਨੰਬਰ ਪਹਿਲਾ ਦੇਖੋ, ਰਾਸ਼ਟਰੀ ਐਮਰਜੈਂਸੀ ਹੇਠ ਲਿਖੇ ਲੇਖਾਂ ਵਿੱਚੋਂ ਕਿਸ ਅਧੀਨ ਘੋਸ਼ਿਤ ਕੀਤੀ ਜਾਂਦੀ ਹੈ। ਠੀਕ ਹੈ, ਕਿਹੜੇ ਆਰਟੀਕਲ ਦੇ ਤਹਿਤ ਜਿਹੜੀ ਨੈਸ਼ਨਲ ਐਮਰਜੈਂਸੀ ਘੋਸ਼ਿਤ ਕੀਤੀ ਜਾਂਦੀ ਹੈ? ਇਹਦਾ ਸਹੀ ਆਨਸਰ ਹੈ ਆਨਸਰ ਬੀ, ਆਰਟੀਕਲ 352 ਦੇ ਤਹਿਤ। ਠੀਕ ਹੈ, ਆਰਟੀਕਲ 352 ਦੇ ਤਹਿਤ ਜਿਹੜੀ ਐਮਰਜੈਂਸੀ ਹੈ, ਨੈਸ਼ਨਲ ਐਮਰਜੈਂਸੀ ਹੈ ਜਾਂ ਇਵਨ ਸਟੇਟ ਐਮਰਜੈਂਸੀ ਹੈ, ਉਹਨੂੰ ਪ੍ਰੋਕਲੇਮ ਕਰ ਸਕਦਾ ਹੈ ਪ੍ਰੈਜ਼ੀਡੈਂਟ। ਠੀਕ ਹੈ, ਚਾਰ ਕੇਸਿਸ ਵਿੱਚ ਇਹ ਪ੍ਰੋਕਲੇਮ ਕਰ ਸਕਦਾ ਹੈ, ਜਾਂ ਤਾਂ ਕੋਈ ਵਾਰ ਹੋਵੇ, ਠੀਕ ਹੈ, ਲੜਾਈ ਲੱਗ ਜਾਵੇ, ਕੋਈ ਐਕਸਟਰਨਲ ਐਗਰੈਸ਼ਨ ਹੋਵੇ, ਠੀਕ ਹੈ, ਬਾਹਰਲੇ ਤੌਰ ਤੇ ਕੋਈ ਹਮਲਾ ਹੋ ਜਾਵੇ, ਜਾਂ ਫਿਰ ਆਰਮਡ ਰਿਬੇਲੀਅਨ ਹੋ ਜਾਵੇ, ਹਥਿਆਰ ਲੈ ਕੇ ਲੋਕ ਕੋਈ ਬਗਾਵਤ ਕਰਦੇ ਨੇ, ਠੀਕ ਹੈ, ਕੋਈ ਵਿਦਰੋਹ, ਇਸ ਤਰ੍ਹਾਂ ਦਾ ਕੇਸ ਬਣ ਜਾਵੇ, ਜਾਂ ਕੋਈ ਹੋਰ ਦੇਸ਼ ਨੂੰ ਥ੍ਰੈਟ ਹੋ ਜਾਵੇ, ਕੋਈ ਡਰ ਹੋ ਜਾਵੇ, ਜਿਹਨੂੰ ਰਿਕਮੈਂਡ ਕਰੇ ਕੈਬਨਿਟ। ਠੀਕ ਹੈ, ਕੈਬਨਿਟ ਦੱਸ ਦੇਵੇ ਕਿ ਕੰਟਰੀ ਨੂੰ ਕੋਈ ਥ੍ਰੈਟ ਹੈ। ਠੀਕ ਹੈ, ਤਾਂ ਇਸ ਕੇਸ ਵਿੱਚ ਜਿਹੜਾ ਆਰਟੀਕਲ 352 ਦੇ ਤਹਿਤ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰ ਸਕਦਾ ਹੈ। ਨੈਕਸਟ ਆ ਜਾਓ ਕੁਐਸਚਨ ਨੰਬਰ 2, ਰਾਸ਼ਟਰੀ ਐਮਰਜੈਂਸੀ ਘੋਸ਼ਣਾ ਦੇ ਮਾਮਲੇ ਵਿੱਚ ਜਾਰੀ ਕੀਤੀ ਜਾਂਦੀ ਹੈ। ਠੀਕ ਹੈ, ਕਿਸ ਮਾਮਲਿਆਂ 'ਚ ਜਾਰੀ ਕੀਤੀ ਜਾਂਦੀ ਹੈ? ਆਪਸ਼ਨਸ ਦੇਖੋ ਇਹਦੀਆਂ ਜਿਹੜੀਆਂ ਤੁਹਾਨੂੰ ਦੱਸ ਕੇ ਹਟੀਆਂ। 4 ਕੇਸ ਬਣਦੇ ਜਿਹਦੇ ਵਿੱਚ ਜਿਹੜੀ ਨੈਸ਼ਨਲ ਐਮਰਜੈਂਸੀ ਲਗਾਈ ਜਾ ਸਕਦੀ ਹੈ। ਪਹਿਲੀਆਂ ਤਿੰਨੇ ਸੇਮ ਹੈ, ਹਥਿਆਰਬੰਦ ਬਗਾਵਤ ਯਾਨੀ ਕਿ ਆਰਮਡ ਰਿਬੇਲੀਅਨ ਜਿਹਨੂੰ ਬੋਲਦੇ ਆ। ਠੀਕ ਹੈ, ਇੰਗਲਿਸ਼ ਵਿੱਚ ਇਹਨੂੰ ਬੋਲਦੇ ਆ ਆਰਮਡ ਰਿਬੇਲੀਅਨ, ਜਿਹੜੀ ਸਾਡੀ ਕਨਸਟੀਟਿਊਸ਼ਨ ਵਿੱਚ ਲਿਖੀਆਂ ਹੋਈਆਂ। ਬਾਹਰੀ ਹਮਲਾ ਯਾਨੀ ਕਿ ਐਕਸਟਰਨਲ ਐਗਰੈਸ਼ਨ, ਕੋਈ ਕੰਟਰੀ ਸਾਡੇ ਤੇ ਅਟੈਕ ਕਰ ਦੇਵੇ। ਠੀਕ ਹੈ ਜੀ, ਨੈਕਸਟ ਹੈਗਾ ਜੰਗ, ਵਾਰ ਹੋਵੇ। ਲਾਸਟ ਹੈਗਾ ਤਾਂ ਇੱਕ ਥ੍ਰੈਟ ਵਾਲਾ। ਠੀਕ ਹੈ, ਜਿਹੜਾ ਇਹਦੇ ਵਿੱਚ ਹੈ ਨਹੀਂ, ਤਾਂ ਇਹਦਾ ਕੀ ਸਹੀ ਆਪਸ਼ਨ ਹੋਊਗਾ? ਆਪਸ਼ਨ ਡੀ, ਉਪਰੋਕਤ ਸਾਰੇ। ਇਹਨਾਂ ਸਾਰੇ ਕੇਸਿਸ ਵਿੱਚ ਹੀ ਨੈਸ਼ਨਲ ਐਮਰਜੈਂਸੀ ਦੀ ਘੋਸ਼ਿਤ ਕੀਤੀ ਜਾਂਦੀ ਹੈ। ਕੁਐਸਚਨ, ਜੇਕਰ ਤੁਸੀਂ ਪੰਜਾਬ ਪੁਲਿਸ ਦੇ ਕਾਂਸਟੇਬਲ, ਫਾਇਰਮੈਨ ਅਤੇ PTPSB ਦੇ ਕਲਰਕ, ਪਟਵਾਰੀ ਅਤੇ ਵੀਡੀਓ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਘਰੇ ਬੈਠ ਕੇ ਹੀ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਤਿਆਰੀ ਕਰ ਸਕਦੇ ਹੋ। ਇਸ ਦੇ ਲਈ ਅਸੀਂ ਤੁਹਾਨੂੰ ਸਾਰੇ ਹੀ ਸਿਲੇਬਸ, ਜਿਵੇਂ ਕਿ ਤੁਹਾਡਾ ਮੈਥ, ਰੀਜ਼ਨਿੰਗ, ਪੰਜਾਬ ਜੀਕੇ, ਗ੍ਰਾਮਰ ਵਗੈਰਾ, ਪੰਜਾਬੀ ਅਤੇ ਇੰਗਲਿਸ਼ ਦੋਨੋਂ, ਕੰਪਿਊਟਰ ਅਤੇ ਹੋਰ ਜਿੰਨਾ ਵੀ ਸਿਲੇਬਸ ਹੈ, ਸਾਰੇ ਦੇ ਸਾਰੇ ਸਿਲੇਬਸ ਦੇ ਬੁੱਕਸ PDF ਜਿਹੜੇ ਪੰਜਾਬੀ ਅਤੇ ਅੰਗਰੇਜ਼ੀ ਦੋਨੇ ਹੀ ਭਾਸ਼ਾਵਾਂ ਵਿੱਚ ਤੁਹਾਨੂੰ ਦੇ ਰਹੇ ਹਾਂ। ਅਤੇ ਨਾਲ ਅਸੀਂ ਉਸਦੇ ਸਟੱਡੀ ਐਂਡ ਇਨਫੋ ਦੇ 5 ਮੌਕ ਟੈਸਟ ਜਿਹੜੇ ਤੁਹਾਨੂੰ ਪੰਜਾਬੀ ਲੈਂਗੁਏਜ ਵਾਲੇ ਵੀ, ਅਤੇ 5 ਮੌਕ ਟੈਸਟ ਜਿਹੜਾ ਤੁਹਾਡਾ ਮੇਨ ਪੇਪਰ ਹੋਣਾ ਹੈ ਉਸ ਦੇ ਵੀ ਤੁਹਾਨੂੰ ਦੇ ਰਹੇ ਹਾਂ। ਇਸ ਤਰ੍ਹਾਂ ਲਗਭਗ ਪੰਜਾਬ ਦੇ ਸਾਰੇ ਹੀ ਪੇਪਰਾਂ ਦਾ ਸਾਰਾ ਸਿਲੇਬਸ ਤੁਹਾਨੂੰ ਘਰੇ ਬੈਠਿਆਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਨੋਂ ਹੀ ਭਾਸ਼ਾਵਾਂ ਵਿੱਚ ਮਿਲ ਜਾਵੇਗਾ। PDFs ਮਿਲਣਗੇ। ਠੀਕ ਹੈ, ਇਸ ਦੇ ਲਈ ਤੁਸੀਂ ਮਿਨੀਮਮ ਜੀ ਕੀਮਤ 249 ਰੁਪਏ ਪੇ ਕਰਨੀ ਹੈ। ਕਿਵੇਂ ਲੈਣਾ ਹੈ? WhatsApp ਕਰਨਾ ਹੈ ਤੁਸੀਂ, ਓਨਲੀ WhatsApp 90 418 15 272 ਉੱਥੇ ਤੁਸੀਂ 249 ਰੁਪਏ ਪੇ ਕਰਨ ਤੋਂ ਬਾਅਦ ਇਸ ਨੰਬਰ ਉੱਤੇ ਸਕਰੀਨਸ਼ਾਟ ਭੇਜ ਦੇਣਾ ਹੈ। ਤੁਹਾਨੂੰ ਨਾਲ ਦੀ ਨਾਲ ਸਾਰੇ ਬੁੱਕਸ ਦੇ PDF ਮਿਲ ਜਾਣਗੇ। ਉਸ ਤੋਂ ਬਾਅਦ ਤੁਸੀਂ ਉਹਨਾਂ ਬੁੱਕਸ PDF ਤੋਂ ਆਪਣੀ ਤਿਆਰੀ ਜਿਹੜੀ ਸ਼ੁਰੂ ਕਰ। 352 ਦੇ ਤਹਿਤ ਐਮਰਜੈਂਸੀ ਦੀ ਘੋਸ਼ਣਾ ਹੇਠ ਲਿਖੇ ਵਿੱਚੋਂ ਕਿਸ ਦੁਆਰਾ ਕੀਤੀ ਜਾਂਦੀ ਹੈ? ਠੀਕ ਹੈ, ਕੌਣ ਜਿਹੜਾ ਐਮਰਜੈਂਸੀ ਨੂੰ ਡਿਕਲੇਅਰ ਕਰਦਾ ਹੈ ਹੇਠ ਲਿਖਿਆ ਵਿੱਚੋਂ? ਇਹਦਾ ਸਹੀ ਆਨਸਰ ਹੈ ਆਪਸ਼ਨ ਬੀ। ਠੀਕ ਹੈ, ਕੌਣ ਡਿਕਲੇਅਰ ਕਰਦਾ ਇਹਨੂੰ? ਪ੍ਰੈਜ਼ੀਡੈਂਟ ਕਰਦਾ ਹੈ। ਠੀਕ ਹੈ ਜੀ, ਪ੍ਰੈਜ਼ੀਡੈਂਟ ਜਿਹੜਾ ਉਹ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਦਾ ਹੈ ਆਰਟੀਕਲ 352 ਦੇ ਤਹਿਤ। ਜਿਹੜੇ 4 ਕੇਸ ਤੁਹਾਨੂੰ ਦੱਸਿਆ ਉਹਨਾਂ ਵਿੱਚੋਂ ਵਾਰ ਹੋਵੇ, ਆਰਮਡ ਰਿਬੇਲੀਅਨ ਹੋਵੇ, ਠੀਕ ਹੈ ਜੀ, ਜਾਂ ਫਿਰ ਕੋਈ ਐਕਸਟਰਨਲ ਐਗਰੈਸ਼ਨ ਹੋਵੇ, ਜਾਂ ਕੋਈ ਥ੍ਰੈਟ ਹੋਵੇ ਜਿਹਨੂੰ ਰਿਕਮੈਂਡ ਕਰੇ ਆਪਣਾ ਕੈਬਨਿਟ। ਠੀਕ ਹੈ, ਔਰ ਜਿਹੜੀ ਪ੍ਰੋਕਲੇਮੇਸ਼ਨ ਹੈ ਇਹ ਅਪਰੂਵਡ ਹੋਣੀ ਚਾਹੀਦੀ ਹੈ ਬੋਥ ਹਾਊਸਿਸ ਤੋਂ। ਠੀਕ ਹੈ, ਬੋਥ ਹਾਊਸਿਸ ਤੋਂ ਜਿਹੜੀ ਪ੍ਰੋਕਲੇਮ ਕਰੂਗਾ। ਠੀਕ ਹੈ, ਕਰੂਗਾ ਕੌਣ ਪ੍ਰੋਕਲੇਮੇਸ਼ਨ? ਪ੍ਰੈਜ਼ੀਡੈਂਟ ਕਰੂਗਾ, ਬਟ ਇਹਦੀ ਅਪਰੂਵਲ ਚਾਹੀਦੀ ਹੈ ਬੋਥ ਹਾਊਸਿਸ ਆਫ ਪਾਰਲੀਮੈਂਟ। ਜੋ ਦੋਨੇ ਹਾਊਸਿਸ ਜਿਹੜੇ ਸੰਸਦ ਦੇ ਉਹ ਕਹਿ ਦੋਗੇ ਵੀ ਹਾਂ ਅਪਰੂਵਡ ਹੈ, ਇਹਨੂੰ ਪ੍ਰੋਕਲੇਮੇਸ਼ਨ ਮੰਨਿਆ ਜਾਂਦਾ ਹੈ, ਫਿਰ ਹੀ ਐਮਰਜੈਂਸੀ ਜਿਹੜੀ ਉਹ ਐਕਟ ਵਿੱਚ ਆਉਂਦੀ ਹੈ। ਅਗਰ 1 ਮੰਥ ਦੇ ਅੰਦਰ ਅੰਦਰ ਇਹਨੂੰ ਅਪਰੂਵ ਨਹੀਂ ਕਰਿਆ ਜਾਂਦਾ ਤਾਂ ਇਹ ਸੀਜ਼ ਹੋ ਜਾਂਦੀ ਹੈ। ਸੀਜ਼ ਦਾ ਮਤਲਬ ਇਹਨੂੰ ਜਿਹੜਾ ਧਿਆਨ ਵਿੱਚ ਜਿਹੜਾ ਉਹ ਹਟਾ ਦਿੱਤਾ ਜਾਂਦਾ ਹੈ, ਕੋਈ ਐਮਰਜੈਂਸੀ ਨਹੀਂ ਲੱਗਣੀ। ਨੈਕਸਟ ਆ ਜਾਓ ਕੁਐਸਚਨ ਨੰਬਰ 4, ਆਰਟੀਕਲ 356 ਦੇ ਤਹਿਤ ਐਮਰਜੈਂਸੀ ਹੇਠ ਦਿੱਤੇ ਵਿੱਚੋਂ ਕਿਸ ਦੁਆਰਾ ਲਗਾਈ ਜਾਂਦੀ ਹੈ? ਹੁਣ ਉਹ ਪਹਿਲਾਂ ਆਰਟੀਕਲ 352 ਦੀ ਗੱਲ ਕਰੀ ਤੇ ਆਪਾਂ ਹੁਣ ਆਰਟੀਕਲ 356। ਠੀਕ ਹੈ, ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਇਸ ਕੇਸ 'ਚ ਵੀ ਜਿਹੜੀ ਐਮਰਜੈਂਸੀ ਹੈ ਉਹ ਰਾਸ਼ਟਰਪਤੀ ਹੀ ਲਗਾਊਗਾ। ਠੀਕ ਹੈ, ਐਮਰਜੈਂਸੀ ਨੂੰ ਡਿਕਲੇਅਰ ਕਰਨ ਦੀ ਪਾਵਰ ਓਨਲੀ ਐਂਡ ਓਨਲੀ ਪ੍ਰੈਜ਼ੀਡੈਂਟ ਕੋਲ ਹੀ ਹੈ। ਠੀਕ ਹੈ, ਈਵਨ ਗਵਰਨਰ ਕੋਲ ਵੀ ਨਹੀਂ ਹੈਗੀ। ਗਵਰਨਰ ਕਿਆ ਕਰ ਸਕਦਾ ਕਿ ਆਪਣੇ ਸਟੇਟ ਵਿੱਚ ਜਿਹੜੇ ਗਵਰਨਰ ਦੇ ਸਾਰੀ ਜਿਹੜੀ ਡਿਊਟੀਜ਼ ਉਹ ਗਵਰਨਰ ਪਲੇ ਕਰਦਾ ਹੈ, ਬਟ ਉਹ ਐਮਰਜੈਂਸੀ ਡਿਕਲੇਅਰ ਨਹੀਂ ਕਰ ਸਕਦਾ। ਅਗਰ ਉਹਨੂੰ ਲੱਗਦਾ ਹੈ ਕਿ ਸਟੇਟ ਦੀ ਹਾਲਤ ਵਿਗੜ ਰਹੀ ਹੈ ਨਾ, ਕਿਸੇ ਵੀ ਸਟੇਟ, ਕਿਸੇ ਰਾਜ ਦੀ ਜਿਹੜੀ ਅੰਦਰੂਨੀ ਹਾਲਤ ਹੈ ਉਹਦੇ ਹਾਲਾਤ ਬਹੁਤ ਖਰਾਬ ਹੋ ਗਏ, ਲਾਅ ਐਂਡ ਆਰਡਰ ਮੇਨਟੇਨ ਨਹੀਂ ਹੋਇਆ ਵਾ, ਤਾਂ ਉਹ ਕਿਆ ਕਰੇਗਾ? ਉਹ ਇਨਫੋਰਮ ਕਰੂਗਾ ਪ੍ਰੈਜ਼ੀਡੈਂਟ ਨੂੰ। ਪ੍ਰੈਜ਼ੀਡੈਂਟ ਨੂੰ ਇਸ ਬਾਰੇ ਦੱਸੂਗਾ ਉਹ ਕਿ ਇਸ ਸਟੇਟ ਵਿੱਚ ਠੀਕ ਨਹੀਂ ਚੱਲ ਰਿਹਾ ਸਾਰਾ ਕੁਝ। ਫਿਰ ਪ੍ਰੈਜ਼ੀਡੈਂਟ ਉਹਦੇ ਬਾਰੇ ਕੋਈ ਡਿਸੀਜਨ ਲੈ ਸਕਦਾ, ਬਟ ਐਮਰਜੈਂਸੀ ਹਮੇਸ਼ਾ ਪ੍ਰੈਜ਼ੀਡੈਂਟ ਹੀ ਲਾਊਗਾ। ਔਰ ਜਿਹੜਾ ਆਰਟੀਕਲ 356 ਹੈ ਇਹਦੇ ਵਿੱਚ ਹੋਰ ਚੀਜ਼ ਕਿਆ ਹੈ? ਇਹਦੇ ਤਹਿਤ ਜਿਹੜੀ ਐਮਰਜੈਂਸੀ ਹੁੰਦੀ ਹੈ ਉਹ ਰਿਗਾਰਡਿੰਗ ਹੁੰਦੀ ਹੈ ਫੇਲੀਅਰ ਆਫ ਕਨਸਟੀਟਿਊਸ਼ਨਲ ਮਸ਼ੀਨਰੀ। ਠੀਕ ਹੈ, ਕਿਸੇ ਸਟੇਟ ਵਿੱਚ ਜਦੋਂ ਕਨਸਟੀਟਿਊਸ਼ਨ ਬੁਰੀ ਤਰ੍ਹਾਂ ਫੇਲ ਹੋ ਜਾਵੇ, ਠੀਕ ਹੈ, ਯਾਨੀ ਕਿ ਸੰਵਿਧਾਨ ਦੇ ਹਿਸਾਬ ਨਾਲ ਚੀਜ਼ਾਂ ਨਾ ਹੋ ਰਹੀਆਂ ਹੋਵੇ, ਇਹ ਆਰਟੀਕਲ 356 ਦੇ ਅੰਡਰ ਆਉਂਦਾ ਹੈ। ਨੈਕਸਟ ਆ ਗਿਆ, ਕਿਸ ਆਰਟੀਕਲ ਦੇ ਤਹਿਤ ਵਿੱਤੀ ਐਮਰਜੈਂਸੀ ਲਗਾਈ ਜਾਂਦੀ ਹੈ?
क्वेश्चन नंबर 5 है ਜਿਹੜੀ ਫਾਈਨੈਂਸ਼ੀਅਲ ਐਮਰਜੈਂਸੀ ਆ ਉਹ ਕਿਹੜੇ ਆਰਟੀਕਲ ਦੇ ਤਹਿਤ ਲਗਾਈ ਜਾਂਦੀ ਹੈ। ਦੇਖੋ ਇਹਦੀਆਂ ਆਪਸ਼ਨਸ, ਇਹ ਸਹੀ ਆਪਸ਼ਨ ਹੈ ਆਪਸ਼ਨ ਡੀ ਆਰਟੀਕਲ 360। ਇਹਦੇ ਵਿੱਚ ਕੀ ਹੈ ਤੁਸੀਂ ਯਾਦ ਰੱਖਣਾ ਵੀ ਜਿਹੜਾ ਐਮਰਜੈਂਸੀ ਦੇ ਰਿਲੇਟਡ ਆਪਣੇ ਕਨਸਟੀਟਿਊਸ਼ਨ ਦੇ ਆਰਟੀਕਲਸ ਹੈ ਉਹ ਹੈਗੇ ਆਰਟੀਕਲ 352 ਤੋਂ ਸ਼ੁਰੂ ਹੋ ਕੇ ਆਰਟੀਕਲ 360 ਤੱਕ। ਜਿਹੜੇ ਆਪਾਂ ਉੱਪਰ ਕੁਐਸਚਨ ਕਰੇ ਉਹਨਾਂ ਦੇ ਵਿੱਚ ਘੁੰਮ ਰਹੇ ਸਾਰੇ, ਠੀਕ ਹੈ। ਆਰਟੀਕਲ 360 ਵਾਲਾ ਜਿਹੜਾ ਆਪਾਂ ਕੁਐਸਚਨ ਐਟ ਪ੍ਰੈਜ਼ੈਂਟ ਕਰ ਰਹੇ ਹਾਂ ਇਹ ਹੈ ਫਾਈਨੈਂਸ਼ੀਅਲ ਐਮਰਜੈਂਸੀ, ਯਾਨੀ ਕਿ ਵਿੱਤੀ ਐਮਰਜੈਂਸੀ ਹੈ ਜਿਹੜੀ। ਆਰਟੀਕਲ 352 ਦੇ ਅੰਡਰ क्या था, ਨੈਸ਼ਨਲ ਐਮਰਜੈਂਸੀ ਹੈ। ਨੈਕਸਟ ਆ ਜਾਓ ਕੁਐਸਚਨ ਨੰਬਰ 6। ਅਸਲ ਅਰਥਾਂ ਵਿੱਚ ਰਾਜ ਦੇ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਨਿਮਨਲਿਖਤ ਵਿੱਚੋਂ ਕਿਸ ਦੀ ਸਲਾਹ ਤੇ ਕੀਤੀ ਜਾਂਦੀ ਹੈ, ਠੀਕ ਹੈ। ਆਪਾਂ ਨੂੰ ਪਤਾ ਕਿ ਗਵਰਨਰ ਨੂੰ ਕੌਣ ਅਪਾਇੰਟ ਕਰਦਾ, ਇਹ ਵੀ ਕੁਐਸਚਨ ਬਹੁਤ ਆਉਂਦਾ ਹੈ। ਜਿਹੜਾ ਗਵਰਨਰ ਹੈ ਸਟੇਟ ਵਿੱਚ ਅਪਾਇੰਟ ਹੁੰਦਾ ਹੈ, ਗਵਰਨਰ ਇਨ ਸਟੇਟ, ਇਹਨੂੰ ਕੌਣ ਅਪਾਇੰਟ ਕਰਦਾ ਹੈ, ਪ੍ਰੈਜ਼ੀਡੈਂਟ ਕਰਦਾ ਹੈ, ਠੀਕ ਹੈ ਜੀ। ਕਿਹਦੀ ਸਲਾਹ ਤੇ ਕਰ ਸਕਦਾ ਪ੍ਰੈਜ਼ੀਡੈਂਟ ਕਿਸੇ ਸਟੇਟ ਦੀ ਗਵਰਨਰ ਨੂੰ ਅਪਾਇੰਟ, ਇਹਦਾ ਸਹੀ ਉੱਤਰ ਹੈ ਆਪਸ਼ਨ ਏ ਪ੍ਰਾਈਮ ਮਿਨਿਸਟਰ ਦੀ ਸਲਾਹ ਤੇ ਕਰਦਾ ਹੈ, ਠੀਕ ਹੈ ਜੀ। ਅੱਗੇ ਆ ਗਿਆ ਕੁਐਸਚਨ ਨੰਬਰ 7। ਰਾਜ ਦੇ ਰਾਜਪਾਲ ਨੂੰ ਹੇਠ ਲਿਖੇ ਵਿੱਚੋਂ ਕਿਸ ਦੁਆਰਾ ਹਟਾਇਆ ਜਾ ਸਕਦਾ ਹੈ। ਹੁਣ ਗਵਰਨਰ ਨੂੰ ਅਪਾਇੰਟ ਕਰਦਾ ਹੈ ਪ੍ਰੈਜ਼ੀਡੈਂਟ, ਇਹਨੂੰ ਹਟਾ ਕੌਣ ਸਕਦਾ ਹੈ, ਠੀਕ ਹੈ। ਹਟਾਊਗਾ ਵੀ ਪ੍ਰੈਜ਼ੀਡੈਂਟ ਹੀ ਨਾ, ਇਹਦਾ ਸਹੀ ਉੱਤਰ ਆਪਸ਼ਨ ਡੀ ਜਿਹੜਾ ਰਾਸ਼ਟਰਪਤੀ ਆ ਗਵਰਨਰ ਨੂੰ ਹਟਾ ਸਕਦਾ ਹੈ। ਇਹਦੇ ਵਿੱਚ ਹੋਰ ਕੀ ਚੀਜ਼ ਹੈ ਕਿ ਜਿਹੜਾ ਗਵਰਨਰ ਹੈ ਉਹਦਾ ਜਿਹੜਾ ਟੈਨਿਓਰ ਹੁੰਦਾ ਹੈ, ਉਹਦਾ ਟਾਈਮ ਪੀਰੀਅਡ ਕਿੰਨਾ ਹੈ, 5 ਇਅਰਸ ਦਾ ਹੈ। ਉਸ ਤੋਂ ਪਹਿਲਾਂ ਉਹ ਕਿਆ ਹੋ ਸਕਦਾ ਹੈ, ਜਾਂ ਤਾਂ ਉਹਨੂੰ ਪ੍ਰੈਜ਼ੀਡੈਂਟ ਜਿਹੜਾ ਡਿਸਮਿਸ ਕਰ ਸਕਦਾ ਹੈ, ਪ੍ਰੈਜ਼ੀਡੈਂਟ, ਜਾਂ ਫਿਰ 5 ਸਾਲ ਤੋਂ ਪਹਿਲਾਂ ਅਗਰ ਉਹ ਆਪਣੀ ਮਰਜ਼ੀ ਨਾਲ ਰਿਜ਼ਾਈਨ ਕਰ ਸਕਦਾ ਹੈ। ਦੋ ਹੀ ਤਰੀਕੇ ਹੈ ਜਿਹੜੇ ਗਵਰਨਰ ਨੂੰ ਟਰਮੀਨੇਟ ਕਰਨੇ ਦੇ। ਨੈਕਸਟ ਆ ਜਾਓ ਕੁਐਸਚਨ ਨੰਬਰ 8। ਰਾਜਪਾਲ ਦੀਆਂ ਅਖਤਿਆਰੀ ਸ਼ਕਤੀਆਂ ਹੇਠ ਲਿਖੀਆਂ ਵਿੱਚੋਂ ਕਿਹੜੀਆਂ ਹਨ, ਠੀਕ ਹੈ। ਗਵਰਨਰ ਦੀਆਂ ਡਿਸਕ੍ਰਿਸ਼ਨਰੀ ਪਾਵਰਸ ਦੀ ਗੱਲ ਕਰੀਏ ਕਿਹੜੀਆਂ ਇਹਨਾਂ ਵਿੱਚੋਂ ਹੈਗੀਆਂ। ਦੇਖੋ ਇਹਦੀਆਂ ਆਪਸ਼ਨਸ ਕਿਆ ਹੈ, ਮੁੱਖ ਮੰਤਰੀ ਦੀ ਚੋਣ ਹੈ, ਸੀਐਮ ਦੀ ਜਿਹੜੀ ਅਪਾਇੰਟਮੈਂਟ ਹੈ ਉਹ ਰਾਜਪਾਲ ਕਰਦਾ, ਠੀਕ ਹੈ। ਗਵਰਨਰ ਹੀ ਸੀਐਮ ਨੂੰ ਅਪਾਇੰਟਮੈਂਟ ਕਰਦਾ ਹੈ, ਜੇ ਤੁਸੀਂ ਦੇਖਿਆ ਹੋਵੇ ਸਹੁੰ ਚੱਕ ਸਮਾਰੋਹ ਜਿਹੜਾ ਹੁੰਦਾ ਹੈ ਆਪਣਾ ਮੁੱਖ ਮੰਤਰੀ ਦਾ। ਅੱਗੇ ਸੰਬੰਧਿਤ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਬਾਰੇ ਰਾਸ਼ਟਰਪਤੀ ਨੂੰ ਸਲਾਹ ਦੇਣਾ ਵੀ ਤੁਹਾਨੂੰ ਦੱਸਿਆ ਤਾਂ। ਅਗਰ ਉਹਨੂੰ ਲੱਗ ਰਿਹਾ ਕਿ ਸਟੇਟ 'ਚ ਰੂਲ ਠੀਕ ਨਹੀਂ ਹੈਗਾ, ਉਹ ਚਾਹੁੰਦਾ ਇੱਥੇ ਪ੍ਰੈਜ਼ੀਡੈਂਟ ਰੂਲ ਲੱਗ ਜਾਵੇ, ਠੀਕ ਹੈ। ਪ੍ਰੈਜ਼ੀਡੈਂਟ ਰੂਲ ਬੋਲਦੇ ਇਹਨੂੰ। ਜਿਸ ਤਰ੍ਹਾਂ ਕਈ ਲੋਕ ਕਹਿੰਦੇ ਹੁੰਦੇ ਕਿ ਸਟੇਟ 'ਚ ਜਿਹੜਾ ਇਸ ਵਕਤ ਵਧੀਆ ਨਹੀਂ ਚੱਲ ਰਿਹਾ, ਕਨਸਟੀਟਿਊਸ਼ਨ ਮਸ਼ੀਨਰੀ ਠੀਕ ਫੰਕਸ਼ਨ ਨਹੀਂ ਕਰ ਰਹੀ, ਲਾਅ ਐਂਡ ਆਰਡਰ ਮੇਨਟੇਨ ਨਹੀਂ ਹੋਇਆ ਵਾ, ਤਾਂ ਪ੍ਰੈਜ਼ੀਡੈਂਟ ਰੂਲ ਲੱਗਣ ਦਾ ਡਰ ਹੈ। ਔਰ ਪ੍ਰੈਜ਼ੀਡੈਂਟ ਰੂਲ ਲਗਵਾਉਂਦਾ ਕੌਣ ਹੈ, ਉਹ ਰਾਜਪਾਲ ਸਲਾਹ ਦਊਗਾ ਰਾਸ਼ਟਰਪਤੀ ਨੂੰ, ਠੀਕ ਹੈ। ਕਿਉਂਕਿ ਰਾਸ਼ਟਰਪਤੀ ਤਾਂ ਆਪਣੀ ਸਟੇਟ 'ਚ ਨਹੀਂ ਬੈਠਾ, ਉਹਨੂੰ ਨਹੀਂ ਪਤਾ ਕਿ ਇੱਕ ਸਟੇਟ 'ਚ ਕਿਆ ਹੋ ਰਿਹਾ ਹੈ, ਬਟ ਗਵਰਨਰ ਹੈ ਜਿਹੜਾ ਉਹ ਇੱਕ ਸਟੇਟ ਦੀ ਪੂਰੀ ਇਨਫੋਰਮੇਸ਼ਨ ਰੱਖਦਾ ਹੈ। ਆਪਸ਼ਨ ਸੀ ਹੈ ਕਿ ਬਿੱਲ ਨੂੰ ਮੁੜ ਵਿਚਾਰਨ ਲਈ ਰਾਜ ਵਿਧਾਨ ਸਭਾ ਨੂੰ ਵਾਪਸ ਮੋੜਨਾ। ਵਿਧਾਨ ਸਭਾ ਕੋਈ ਬਿੱਲ ਪਾਸ ਕਰਦੀ ਹੈ ਤਾਂ ਉਹਨੂੰ ਲਾਸਟ ਤੇ ਸਾਈਨ ਕੌਣ ਕਰਦਾ, ਪ੍ਰੈਜ਼ੀਡੈਂਟ ਕਰਦਾ। ਅਗਰ ਉਹਨੂੰ ਨਹੀਂ ਠੀਕ ਲੱਗ ਰਿਹਾ ਬਿੱਲ 'ਚ ਕੋਈ ਹੋ ਤਾਂ ਉਹਨੂੰ ਇੱਕ ਵਾਰ ਦੁਬਾਰਾ ਰੀਚੈਕਿੰਗ ਲਈ ਦੁਬਾਰਾ ਮੋੜ ਦਿੰਦਾ ਹੈ ਰਾਜ ਵਿਧਾਨ ਸਭਾ ਕੋਲ, ਠੀਕ ਹੈ। ਤੇ ਇਹਦੇ ਵਿੱਚ ਸਾਰੀਆਂ ਆਪਸ਼ਨਸ ਠੀਕ ਹੈ, ਠੀਕ ਹੈ। ਇਹ ਸਾਰੀਆਂ ਹੀ ਇੱਕ ਗਵਰਨਰ ਦੀਆਂ ਪਾਵਰਸ ਨੇ, ਠੀਕ ਹੈ ਜੀ। ਯਾਨੀ ਕਿ ਸੀਐਮ ਨੂੰ ਅਪਾਇੰਟ ਕਰਨਾ ਗਵਰਨਰ ਦੀ ਪਾਵਰ ਹੈ, ਤੇ ਬਿੱਲ ਨੂੰ ਮੁੜ ਵਿਚਾਰਨ ਲਈ ਤੇ ਰਾਸ਼ਟਰਪਤੀ ਨੂੰ ਸਲਾਹ ਦੇਣਾ ਵੀ। ਇੱਕ ਤੁਸੀਂ ਇਹਦੇ ਵਿੱਚ ਇੱਕ ਚੀਜ਼ ਯਾਦ ਰੱਖਣੀ ਹੈ ਕਿ ਜਿਹੜਾ ਗਵਰਨਰ ਹੈ ਉਹ ਹਾਈ ਕੋਰਟ ਦੇ ਜੱਜਿਸ ਨੂੰ ਅਪਾਇੰਟ ਨਹੀਂ ਕਰ ਸਕਦਾ। ਸਾਰੇ ਜੱਜਿਸ ਹੁੰਦੇ ਆ ਜਿਹੜੇ, ਕਿਉਂਕਿ ਆਪਾਂ ਨੂੰ ਪਤਾ ਨਾ ਕਿ ਸੁਪਰੀਮ ਕੋਰਟ ਦੇ ਜੱਜਿਸ ਨੂੰ ਅਪਾਇੰਟ ਕਰਦਾ ਹੈ ਪ੍ਰੈਜ਼ੀਡੈਂਟ, ਤਾਂ ਆਪਾਂ ਉਹਦੇ ਨਾਲ ਰਿਲੇਟ ਕਰ ਲੈਂਦੇ ਹਾਂ ਕਈ ਵਾਰੀ ਗਵਰਨਰ ਨੂੰ ਵੀ ਹਾਈ ਕੋਰਟ ਦੇ ਜੱਜਿਸ ਨੂੰ ਜਿਹੜਾ ਅਪਾਇੰਟ ਕਰੇਗਾ ਗਵਰਨਰ। ਬਟ ਇਹ ਨਹੀਂ ਹੈਗਾ, ਹਾਈ ਕੋਰਟ ਦੇ ਜੱਜਿਸ ਆ ਜਿਹੜੇ ਉਹਨਾਂ ਨੂੰ ਵੀ ਅਪਾਇੰਟ ਪ੍ਰੈਜ਼ੀਡੈਂਟ ਹੀ ਕਰੇਗਾ। ਬਟ ਇੱਥੇ ਗਵਰਨਰ ਦਾ ਸਿਰਫ ਕੰਮ ਕਿਆ ਹੋ ਜਾਊਗਾ, ਇਹਦੀ ਡਿਊਟੀ ਕਿਆ ਬਣਦੀ ਹੈ, ਸਿਰਫ ਪ੍ਰੈਜ਼ੀਡੈਂਟ ਨੂੰ ਸਲਾਹ ਦੇਣਾ, ਐਡਵਾਈਸ। ਕਿਸ ਕੇਸ ਵਿੱਚ, ਹਾਈ ਕੋਰਟ ਦੇ ਜੱਜਿਸ ਵਿੱਚ। ਹਾਈ ਕੋਰਟ ਦੇ ਜੱਜਿਸ ਨੂੰ ਅਪਾਇੰਟ ਕਰੂਗਾ ਪ੍ਰੈਜ਼ੀਡੈਂਟ ਹੈ, ਠੀਕ ਹੈ, ਬਟ ਸਲਾਹ ਕੌਣ ਦੇ ਸਕਦਾ, ਗਵਰਨਰ। ਨੈਕਸਟ ਆ ਗਿਆ ਪ੍ਰਸ਼ਨ ਨੰਬਰ 9। ਦੇਖੋ ਰਾਜਪਾਲ ਦੁਆਰਾ ਨਿਮਨਲਿਖਤ ਵਿੱਚੋਂ ਕਿਸ ਨੂੰ ਨਿਯੁਕਤ ਕੀਤਾ ਜਾਂਦਾ ਹੈ। ਗਵਰਨਰ ਕਿਹਨੂੰ ਅਪਾਇੰਟ ਕਰਦਾ ਹੈ। ਦੇਖੋ ਕਿਆ ਆਪਸ਼ਨਸ ਹੈ ਇਹਦੀਆਂ, ਸਾਰੀਆਂ ਆਪਸ਼ਨ ਦੇਖੋ। ਇਹਦੀ ਸਹੀ ਉੱਤਰ ਹੈ ਆਪਸ਼ਨ ਡੀ, ਇਹਨਾਂ ਸਾਰਿਆਂ ਨੂੰ ਗਵਰਨਰ ਅਪਾਇੰਟ ਕਰ ਸਕਦਾ ਹੈ, ਠੀਕ ਹੈ। ਇਹਦੇ ਚੋਂ ਅਗਰ ਹੁਣੇ ਹਾਈ ਕੋਰਟ ਜੱਜਿਸ ਹੁੰਦਾ ਤਾਂ ਯਾਦ ਰੱਖਿਓ ਹਾਈ ਕੋਰਟ ਦੇ ਜੱਜਿਸ ਨੂੰ ਗਵਰਨਰ ਅਪਾਇੰਟ ਨਹੀਂ ਕਰਦਾ। ਕਿਸੇ ਵੀ ਤਰ੍ਹਾਂ ਦੇ ਜੱਜਿਸ ਨਾਲ, ਚਾਹੇ ਹਾਈ ਕੋਰਟ ਹੈ ਚਾਹੇ ਸੁਪਰੀਮ ਕੋਰਟ, ਉਹਨਾਂ ਨੂੰ ਪ੍ਰੈਜ਼ੀਡੈਂਟ ਹੀ ਅਪਾਇੰਟ ਕਰਦਾ ਹੈ। ਫਿਰ ਗਵਰਨਰ ਕਿਹਨੂੰ ਅਪਾਇੰਟ ਕਰ ਸਕਦਾ ਹੈ। ਜਿਹੜਾ ਗਵਰਨਰ ਹੈ ਉਹ ਅਪਾਇੰਟ ਕਰ ਸਕਦਾ ਹੈ, ਸਭ ਤੋਂ ਪਹਿਲੇ ਪਿਛਲੇ ਕੁਐਸਚਨ ਜਿਹੜਾ ਡਿਸਕ੍ਰਿਸ਼ਨਰੀ ਪਾਵਰ ਚੋਂ ਸੀਐਮ ਨੂੰ ਅਪਾਇੰਟ ਕਰਦਾ ਹੈ, ਫਿਰ ਉਹ ਐਡਵੋਕੇਟ ਜਨਰਲ ਨੂੰ ਕਰਦਾ ਹੈ, ਜਿਹੜੀ ਇਹਦੀ ਪਹਿਲੀ ਆਪਸ਼ਨ ਹੈ। ਉਸ ਤੋਂ ਬਾਅਦ ਚੀਫ ਸੈਕਟਰੀ ਨੂੰ ਕਰਦਾ ਹੈ, ਸਟੇਟ ਦਾ ਚੀਫ ਸੈਕਟਰੀ, ਠੀਕ ਹੈ ਜੀ। ਨੈਕਸਟ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰਸ, ਠੀਕ ਹੈ, ਵਾਈਸ ਚਾਂਸਲਰਸ ਹੁੰਦੇ ਜਿਹੜੇ ਆਫ ਯੂਨੀਵਰਸਿਟੀਜ਼, ਤੇ ਜਿਹੜੇ ਇੱਕ ਆਪਣੇ ਸਟੇਟ ਪਬਲਿਕ ਸਰਵਿਸ ਕਮਿਸ਼ਨ ਹੁੰਦਾ ਹੈ, ਠੀਕ ਹੈ, PSC ਹੁੰਦਾ, SPSC ਬੋਲ ਦਿੰਦੇ, ਉਹਦੇ ਮੈਂਬਰਸ ਨੂੰ ਵੀ ਗਵਰਨਰ ਅਪਾਇੰਟ ਕਰਦਾ ਹੈ। ਮੈਂਬਰਸ ਆਫ ਸਟੇਟ ਪਬਲਿਕ ਸਰਵਿਸ ਕਮਿਸ਼ਨ, ਇਹਨਾਂ ਨੂੰ ਅਪਾਇੰਟ ਕਰਦਾ ਹੈ, ਠੀਕ ਹੈ। ਬਟ ਹਾਂ ਇਹਦੇ ਵਿੱਚ ਕਿ ਹੁਣ ਇਹ ਸਟੇਟ ਪਬਲਿਕ ਸਰਵਿਸ ਕਮਿਸ਼ਨ ਨਾਲ ਰਿਲੇਟਡ ਵੀ ਕਿਆ ਕੁਐਸਚਨ ਹੈ, ਇਹਦੇ ਮੈਂਬਰਸ ਨੂੰ ਅਪਾਇੰਟ ਤਾਂ ਗਵਰਨਰ ਕਰਦਾ ਹੈ, ਬਟ ਇਹਨਾਂ ਨੂੰ ਰਿਮੂਵ ਨਹੀਂ ਕਰ ਸਕਦਾ ਗਵਰਨਰ, ਠੀਕ ਹੈ, ਕੈਨ ਨਾਟ ਬੀ ਰਿਮੂਵਡ ਬਾਈ ਗਵਰਨਰ। ਨੈਕਸਟ ਆ ਗਿਆ ਕੁਐਸਚਨ ਨੰਬਰ 10। ਹੇਠ ਲਿਖੇ ਦਿੱਤੇ ਲੇਖ ਵਿੱਚੋਂ ਕਿਹੜਾ ਇੱਕ ਰਾਜ ਦੇ ਰਾਜਪਾਲ ਨਾਲ ਸੰਬੰਧਿਤ ਹੈ। ਕਿਹੜਾ ਆਰਟੀਕਲ ਜਿਹੜਾ ਉਹ ਗਵਰਨਰ ਨਾਲ ਰਿਲੇਟਡ ਆਰਟੀਕਲ ਕਿਹੜਾ ਹੈ। ਦੇਖੋ ਆਪਸ਼ਨ ਦੇਖੋ, ਇਹਦਾ ਸਹੀ ਉੱਤਰ ਇਹਦਾ ਆਪਸ਼ਨ ਬੀ ਆਰਟੀਕਲ 153। ਜਿਹੜੇ ਆਰਟੀਕਲ 153 ਤੋਂ ਲੈ ਕੇ 163 ਤੱਕ ਹੈ, ਇਹ ਸਾਰੇ ਹੀ ਗਵਰਨਰ ਨਾਲ ਰਿਲੇਟਡ ਹੈ, ਠੀਕ ਹੈ, ਗਵਰਨਰ ਨਾਲ ਰਿਲੇਟਡ। 153 ਯਾਦ ਰੱਖ ਲਓ, ਫਿਰ ਯਾਦ ਰੱਖ ਲਓ ਵੀ 10 ਹੈ ਟੋਟਲ, 163 ਤੇ ਚਲੇ ਜਾਓ।
ਜਿਹੜਾ ਆਰਟੀਕਲ 155 ਹੈ ਆਰਟੀਕਲ 155 ਜਿਹੜਾ ਉਹ ਗਵਰਨਰ ਦੀ ਅਪਾਇੰਟਮੈਂਟ ਨਾਲ ਰਿਲੇਟਡ ਹੈ। ਕਈ ਵਾਰੀ ਇਹ ਅਲੱਗ ਤੋਂ ਵੀ ਆ ਜਾਂਦਾ ਹੈ, ਗਵਰਨਰ ਦੀ ਅਪਾਇੰਟਮੈਂਟ ਨਾਲ ਰਿਲੇਟਡ ਹੈ। ਨੈਕਸਟ ਆ ਜਾਓ ਕੁਐਸਚਨ ਨੰਬਰ 11। ਦੇਖੋ ਹੇਠ ਦਿੱਤੇ ਵਿੱਚੋਂ ਕਿਹੜਾ ਭਾਰਤ ਵਿੱਚ ਚੋਣ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ। ਆਪਾਂ ਨੇ ਮਤਲਬ ਇੰਡੀਅਨ ਇਲੈਕਟੋਰਲ ਸਿਸਟਮ ਦੇ ਫੀਚਰ ਦੱਸਣੇ ਆ ਵੀ ਕਿਹੜਾ ਇਹਦੇ ਵਿੱਚੋਂ ਨਹੀਂ ਹੈ। ਠੀਕ ਹੈ, ਕੁਐਸਚਨ ਨੂੰ ਧਿਆਨ ਨਾਲ ਦੇਖਣਾ, ਨਹੀਂ ਦੀ ਗੱਲ ਕਰੀਏ, ਹਾਂ ਦੀ ਨਹੀਂ, ਕਿਹੜਾ ਹੈ, ਕਿਹੜਾ ਚ ਨਹੀਂ ਹੈ। ਆਪਸ਼ਨ ਏ ਦੇਖੋ ਯੂਨੀਵਰਸਲ ਬਾਲਗ ਫਰੈਂਚਾਈਜ਼ੀ, ਜਿਹਨੂੰ ਯੂਨੀਵਰਸਲ ਅਡਲਟ ਫਰੈਂਚਾਈਜ਼ ਬੋਲਦੇ ਨੇ ਜਾਂ ਅਡਲਟ ਸਫਰੇਜ ਵੀ ਬੋਲਦੇ ਆ। ਠੀਕ ਹੈ, ਨੈਕਸਟ ਹੈਗਾ ਗੁਪਤ ਵੋਟਿੰਗ ਯਾਨੀ ਕਿ ਸੀਕ੍ਰੇਟ ਵੋਟਿੰਗ। ਥਰਡ ਹੈਗਾ ਹੈ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਦੇ ਮੈਂਬਰਾਂ ਲਈ ਵਿਧਾਨ ਸਭਾ ਵਿੱਚ ਸੀਟਾਂ ਦਾ ਰਾਖਵੀਕਰਨ ਯਾਨੀ ਕਿ ਰਿਜ਼ਰਵੇਸ਼ਨ। ਕਿਹਦੇ ਲਈ? ਅਨੁਸੂਚਿਤ ਜਾਤੀਆਂ ਯਾਨੀ ਕਿ ਸ਼ਡਿਊਲਡ ਕਾਸਟ, ਐਸਸੀ, ਐਂਡ ਅਨੁਸੂਚਿਤ ਕਬੀਲੇ ਯਾਨੀ ਕਿ ਸ਼ਡਿਊਲਡ ਟ੍ਰਾਈਬਸ, ਇਹਨਾਂ ਦੀ ਜਿਹੜੀ ਰਿਜ਼ਰਵੇਸ਼ਨ ਹੋਊਗੀ ਵਿਧਾਨ ਸਭਾ 'ਚ। ਲਾਸਟ ਹੈਗਾ ਹੈ ਕਮਿਊਨਲ ਇਲੈਕਟੋਰੇਟ। ਕਮਿਊਨਲ ਇਲੈਕਟੋਰੇਟ ਹੁੰਦੇ ਆ ਜਿਹੜੇ ਜਾਤੀ ਦੇ ਹਿਸਾਬ ਨਾਲ ਇਲੈਕਸ਼ਨਸ ਪੈਂਦੀਆਂ ਹੈ। ਠੀਕ ਹੈ, ਕਿਹੜਾ ਦੇ ਵਿੱਚੋਂ ਫੀਚਰ ਨਹੀਂ ਹੈਗਾ ਪਤਾ ਹੀ ਹੋਣਾ ਤੁਹਾਨੂੰ, ਇਹਦਾ ਸਹੀ ਉੱਤਰ ਆਪਸ਼ਨ ਡੀ। ਕਮਿਊਨਲ ਇਲੈਕਟੋਰੇਟ ਦਾ ਜਿਹੜਾ ਇੰਡੀਅਨ ਇਲੈਕਸ਼ਨ ਸਿਸਟਮ ਵਿੱਚ ਕੋਈ ਫੀਚਰ ਨਹੀਂ ਹੈਗਾ, ਬਲਕਿ ਇਹਦੇ ਵਿੱਚ ਕਿਆ ਲਿਖਿਆ ਹੋਇਆ ਹੈ ਕਿ ਜਿਹੜਾ ਰਾਈਟ ਟੂ ਵੋਟ ਹੈ, ਯਾਦ ਰੱਖਣਾ ਸੀ, ਜਿਹੜਾ ਸਾਡੇ ਕੋਲ ਵੋਟ ਦਾ ਅਧਿਕਾਰ ਹੈ, ਰਾਈਟ ਟੂ ਵੋਟ ਇਜ਼ ਇਰਰਿਸਪੈਕਟਿਵ ਆਫ, ਇਹ ਮਤਲਬ ਕਿ ਡਿਪੈਂਡ ਨਹੀਂ ਕਰਦਾ ਕਾਦੇ ਤੇ, ਕਾਸਟ, ਕ੍ਰੀਡ, ਰਿਲੀਜਨ ਜਾਂ ਫਿਰ ਜੈਂਡਰ। ਠੀਕ ਹੈ, ਤਾਂ ਜਿਹੜਾ ਫੀਚਰ ਨਹੀਂ ਹੈਗਾ, ਬਾਕੀ ਤਿੰਨੋਂ ਫੀਚਰ ਹੈਗੇ। ਅਡਲਟ ਸਫਰੇਜ ਕਿਹਨੂੰ ਬੋਲ ਦਿੰਦੇ ਆ ਕਿ ਐਨੀ ਸਿਟੀਜ਼ਨ ਅਬਵ 18 ਈਅਰ, ਕੋਈ ਵੀ ਸਿਟੀਜ਼ਨ ਜਿਹੜਾ, ਇਹਦਾ ਕਈ ਵਾਰ ਮੀਨਿੰਗ ਆਉਂਦਾ ਵਟ ਇਜ਼ ਅਡਲਟ ਸਫਰੇਜ, ਜਾਂ ਫਿਰ ਯੂਨੀਵਰਸਲ ਫਰੈਂਚਾਈਜ਼ ਵੀ ਬੋਲਦੇ ਉਹਨੂੰ, ਫਰੈਂਚਾਈਜ਼ੀ। ਕੋਈ ਵੀ ਸਿਟੀਜ਼ਨ ਅਬਵ 18 ਹੈ ਜਿਹੜਾ he or she has right to vote for ਲੋਕ ਸਭਾ ਔਰ ਵਿਧਾਨ ਸਭਾ। ਔਰ ਜਿਹੜੀ ਇਹ ਏਜ ਲਿਮਿਟ 18 ਦੀ ਹੈ, ਇਹ 1989 ਤੋਂ ਬਾਅਦ ਹੋਈ ਹੈ। 1989 ਤੋਂ ਪਹਿਲਾਂ ਕਿੰਨੀ ਏਜ ਲਿਮਿਟ ਸੀਗੀ? 21 ਈਅਰਸ ਦੀ, 21 ਸਾਲ ਦਾ ਬੰਦਾ ਵੋਟ ਕਰ ਸਕਦਾ ਸੀ ਜਾਂ ਉਸ ਤੋਂ ਬੜਾ। ਠੀਕ ਹੈ, ਨੈਕਸਟ ਦੇਖੋ ਕੁਐਸਚਨ ਨੰਬਰ 12। ਭਾਰਤ ਵਿੱਚ ਸੰਸਦ ਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਡੈਸ਼ ਦੁਆਰਾ ਕਰਵਾਈਆਂ ਜਾਂਦੀਆਂ ਹਨ। ਆਪਸ਼ਨ ਦੇਖੋ ਇਹਦੀਆਂ, ਕੌਣ ਕਰਾਉਂਦਾ ਹੈ? ਪਾਰਲੀਮੈਂਟ, ਸੰਸਦ ਹੋ ਗਿਆ ਪਾਰਲੀਮੈਂਟ, ਐਂਡ ਸਟੇਟ ਵਿਧਾਨ ਸਭਾਵਾਂ ਦੀਆਂ ਜਿਹੜੇ ਇਲੈਕਸ਼ਨਸ ਹੈ, ਇਹਦੀ ਰਿਸਪੌਂਸਿਬਿਲਿਟੀ ਹੈ ਇਹ। ਇਹਦਾ ਸਹੀ ਉੱਤਰ ਹੈ ਆਪਸ਼ਨ ਡੀ। ਠੀਕ ਹੈ, ਇਲੈਕਸ਼ਨ ਕਮਿਸ਼ਨ, ਜਿਹੜਾ ਇੰਡੀਅਨ ਇਲੈਕਸ਼ਨ ਕਮਿਸ਼ਨ ਹੈ, ਉਹਨੂੰ ਰਿਸਪੌਂਸਿਬਿਲਿਟੀ ਹੁੰਦੀ ਹੈ ਇਲੈਕਸ਼ਨਸ ਕਰਵਾਉਣ ਦੀ, ਫਿਰ ਚਾਹੇ ਉਹ ਪਾਰਲੀਮੈਂਟ ਦੀਆਂ ਹੋਵੇ ਜਾਂ ਫਿਰ ਉਹ ਵਿਧਾਨ ਸਭਾ ਦੀਆਂ ਹੋਵੇ। ਇਹਦੇ ਲਈ ਇੱਕ ਇਲੈਕਸ਼ਨ ਕਮਿਸ਼ਨ ਹੁੰਦਾ ਹੈ। ਠੀਕ ਹੈ, ਆਪਣੀ ਕੰਟਰੀ ਵਿੱਚ। ਔਰ ਜਿਹੜਾ ਇਲੈਕਸ਼ਨ ਕਮਿਸ਼ਨ ਹੁੰਦਾ ਹੈ ਇਹ ਇੰਡੀਪੈਂਡੈਂਟ ਬੋਡੀ ਹੈ। ਠੀਕ ਹੈ, ਇੰਡੀਪੈਂਡੈਂਟ ਬੋਡੀ ਮਤਲਬ ਕਿਸੇ ਤੇ ਡਿਪੈਂਡ ਨਹੀਂ ਕਰਦੀ। ਜਿਸ ਤਰ੍ਹਾਂ ਜੁਡੀਸ਼ਰੀ ਨੂੰ ਬੋਲਦੇ ਨੇ ਇੰਡੀਪੈਂਡੈਂਟ, ਉਸ ਤਰ੍ਹਾਂ ਇਹ ਵੀ ਇੰਡੀਪੈਂਡੈਂਟ ਹੈ। ਇਹਦੇ ਵਿੱਚ ਪਾਰਲੀਮੈਂਟ ਦਾ ਜਾਂ ਉਸ ਤਰ੍ਹਾਂ ਦਾ ਕੋਈ ਵੀ ਮੈਂਬਰ ਨਹੀਂ ਹੋਏਗਾ। ਔਰ ਇਹਦੇ ਵਿੱਚ ਆਪਣਾ ਇਲੈਕਸ਼ਨ ਕਮਿਸ਼ਨ ਹੁੰਦੇ ਕੌਣ ਕੌਣ ਹੈ? ਇੱਕ ਤਾਂ ਆਪਣਾ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਹੈ, ਪਲੱਸ 2 ਇਲੈਕਸ਼ਨ ਕਮਿਸ਼ਨਰਸ ਹੋਰ ਹੁੰਦੇ ਆ। ਨੈਕਸਟ ਆ ਗਿਆ ਕੁਐਸਚਨ ਨੰਬਰ 13। ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕੌਣ ਕਰਦਾ ਹੈ? ਦੇਖੋ, ਯਾਨੀ ਕਿ ਇਲੈਕਸ਼ਨ ਕਮਿਸ਼ਨ ਨੂੰ ਕੌਣ ਚੂਜ਼ ਕਰਦਾ ਹੈ? ਠੀਕ ਹੈ, ਇਹਦਾ ਸਹੀ ਆਂਸਰ ਹੈ ਆਪਸ਼ਨ ਏ, ਪ੍ਰੈਜ਼ੀਡੈਂਟ ਹੈ ਜਿਹੜਾ ਉਹ ਚੂਜ਼ ਕਰਦਾ ਹੈ ਇਲੈਕਸ਼ਨ ਕਮਿਸ਼ਨ ਦੇ ਮੈਂਬਰਸ ਨੂੰ। ਠੀਕ ਹੈ, ਔਰ ਜਿਹੜੇ ਇਹ ਇਲੈਕਸ਼ਨ ਕਮਿਸ਼ਨ ਦੇ ਮੈਂਬਰਸ ਹੁੰਦੇ ਆ, ਇਹਨਾਂ ਦਾ ਟੈਨਿਓਰ ਕਿੰਨਾ ਹੁੰਦਾ ਹੈ? ਇਲੈਕਸ਼ਨ ਕਮਿਸ਼ਨ ਦੇ ਮੈਂਬਰਸ ਦਾ ਟੈਨਿਓਰ ਹੁੰਦਾ ਹੈ 6 ਈਅਰ ਦੇ। ਕਾਫੀ ਅਲੱਗ ਜਿਹਾ ਕੁਐਸਚਨ ਹੈ ਕਿਉਂਕਿ ਜ਼ਿਆਦਾਤਰ 5 ਡਿਜਿਟ ਰਿਪੀਟ ਹੁੰਦਾ ਨਾ, ਕਿ 5 ਈਅਰਸ ਬਾਅਦ ਇਲੈਕਸ਼ਨ ਹੁੰਦੇ ਹੈ ਜਾਂ 5 ਈਅਰ ਉਹਦੀ ਟੈਨਿਓਰ ਹੈ ਗਵਰਨਰ ਦੀ। ਬਟ ਇੱਥੇ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਟੈਨਿਓਰ ਕਿੰਨੀ ਹੈ? 6 ਈਅਰ। ਇਹਨੂੰ ਯਾਦ ਰੱਖਣਾ ਹੈ, ਜਾਂ ਫਿਰ 6 ਸਾਲ, ਜਾਂ ਫਿਰ ਉਹਦੀ ਏਜ ਹੈ ਜਿਹੜੀ ਉਹ 65 ਈਅਰਸ ਹੋ ਜਾਵੇ। ਜਿਹੜਾ ਵਿੱਚੋਂ ਪਹਿਲਾਂ ਹੋ ਗਿਆ ਉਸ ਤੋਂ ਬਾਅਦ ਜਿਹੜੀ ਉਹਦੀ ਟਾਈਮ ਪੀਰੀਅਡ ਉਹ ਖਤਮ ਹੋ ਗਈ 65 ਈਅਰਸ of age। ਨੈਕਸਟ ਆ ਜਾਓ ਕੁਐਸਚਨ ਨੰਬਰ 14। ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕਹਿੰਦਾ ਹੈ ਕਿ ਭਾਰਤ ਵਿੱਚ ਇੱਕ ਚੋਣ ਕਮਿਸ਼ਨ ਹੋਵੇਗਾ? ਹੁਣ ਇੰਡੀਅਨ ਕਨਸਟੀਟਿਊਸ਼ਨ ਦਾ ਕਿਹੜਾ ਆਰਟੀਕਲ ਬੋਲਦਾ ਹੈ ਕਿ ਇੰਡੀਆ ਸ਼ੁੱਡ ਹੈਵ ਐਨ ਇਲੈਕਸ਼ਨ ਕਮਿਸ਼ਨ? ਕਿਹੜਾ ਬੋਲਦਾ ਹੈ? ਇਹਦਾ ਸਹੀ ਆਂਸਰ ਹੈ ਆਪਸ਼ਨ ਸੀ, ਆਰਟੀਕਲ 324। ਇਹ ਤੁਸੀਂ ਯਾਦ ਰੱਖਣਾ ਵੀ ਜਿਹੜੀਆਂ ਇਲੈਕਸ਼ਨਸ ਹੈ, ਇਲੈਕਸ਼ਨਸ ਆਪਣੇ ਕਨਸਟੀਟਿਊਸ਼ਨ ਦੇ ਪਾਰਟ 15 ਵਿੱਚ ਡਿਸਕਸ ਹੈ। ਠੀਕ ਹੈ, 15ਵੇਂ ਪਾਰਟ 'ਚ ਡਿਸਕਸਡ ਹੈ। ਔਰ ਕਿਹੜੇ ਆਰਟੀਕਲ ਸ਼ੁਰੂ ਹੁੰਦਾ ਹੈ 324 ਤੋਂ ਲੈ ਕੇ 329 ਤੱਕ, ਜਿਹੜੇ ਇਲੈਕਸ਼ਨਸ ਹੈ, ਜਿਹਦੇ ਵਿੱਚ ਇਲੈਕਸ਼ਨ ਕਮਿਸ਼ਨ ਸਾਰੇ ਬਾਰੇ ਦੱਸਿਆ ਹੋਇਆ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਕੰਟਰੋਲ ਕਰਦਾ ਇਲੈਕਸ਼ਨਸ ਨੂੰ, ਜਾਂ ਫਿਰ ਉਹ ਡਾਇਰੈਕਸ਼ਨ ਵੀ ਇਲੈਕਸ਼ਨ ਸਿਸਟਮ ਨੂੰ ਉਹੀ ਦਿੰਦਾ ਹੈ। ਠੀਕ ਹੈ, ਇਸ ਤੋਂ ਪਹਿਲਾਂ ਜਿਹੜਾ ਆਪਾਂ ਇੱਕ ਆਰਟੀਕਲ 153 ਤੋਂ 163 ਤੱਕ ਕਰਿਆ ਤਾਂ ਉਹ ਗਵਰਨਰ ਨਾਲ ਰਿਲੇਟਡ ਸੀਗਾ। ਨੈਕਸਟ ਆ ਗਿਆ ਕੁਐਸਚਨ ਨੰਬਰ 15। ਲੋਕ ਸਭਾ ਵਿੱਚ ਅਨੁਸੂਚਿਤ ਜਾਤੀ ਲਈ ਰਾਖਵੀਆਂ ਸੀਟਾਂ ਦੀ ਗਿਣਤੀ ਹੈ? ਕਿੰਨੀਆਂ ਸੀਟਾਂ ਜਿਹੜੀਆਂ ਰਿਜ਼ਰਵਡ ਹੈ ਉਹ ਸ਼ਡਿਊਲਡ ਕਾਸਟ ਲਈ ਲੋਕ ਸਭਾ ਵਿੱਚ? ਤੇ ਸਹੀ ਆਂਸਰ ਹੈ ਆਪਸ਼ਨ ਬੀ, 79। ਠੀਕ ਹੈ ਜੀ, ਨੈਕਸਟ ਆ ਜਾਓ ਕੁਐਸਚਨ ਨੰਬਰ 16। ਸੰਵਿਧਾਨ ਦੇ ਕਿਹੜੇ ਅਨੁਛੇਦ ਸਾਡੇ ਦੇਸ਼ ਵਿੱਚ ਚੋਣ ਪ੍ਰਣਾਲੀ ਲਈ ਉਪਬੰਧ ਦਿੰਦੇ ਹਨ? ਠੀਕ ਹੈ, ਕਿਹੜੇ ਆਰਟੀਕਲਸ ਹਨ ਜਿਹੜੇ ਸਾਡੇ ਇਲੈਕਸ਼ਨ ਸਿਸਟਮਸ ਲਈ ਇੰਸਟਰਕਸ਼ਨਸ ਦਿੰਦੇ ਆ? ਇਹਨੂੰ ਤੁਹਾਨੂੰ ਉੱਪਰ ਦੱਸ ਕੇ ਹਟੀਆਂ, ਦਾ ਸਹੀ ਆਂਸਰ ਕੀ ਹੋਊਗਾ? ਆਪਸ਼ਨ ਬੀ, 324 ਤੋਂ 329, ਜਾਂ ਫਿਰ ਪਾਰਟ 15 ਜਿਹੜਾ ਇਲੈਕਸ਼ਨਸ ਨਾਲ ਰਿਲੇਟਡ ਹੈ ਕਨਸਟੀਟਿਊਸ਼ਨ ਦਾ।
ਨੈਕਸਟ ਆ ਜਾਓ ਕੁਐਸਚਨ ਨੰਬਰ 17 ਲੋਕ ਸਭਾ ਦੀਆਂ ਚੋਣਾਂ ਹਰ ਵਾਰ ਕਰਵਾਈਆਂ ਜਾਂਦੀਆਂ ਹਨ ਕਿੰਨੇ ਸਾਲ ਬਾਅਦ ਹੁੰਦੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਵੈਰੀ ਈਜ਼ੀ ਤੇ ਸਹੀ ਉੱਤਰ ਆਪਸ਼ਨ ਸੀ 5 ਸਾਲ ਬਾਅਦ ਹੁੰਦੀਆਂ ਠੀਕ ਹੈ ਜਿਹੜੀਆਂ ਨੈਕਸਟ ਹੈ ਉਹ ਕਦੋਂ ਹੈ ਹੁਣ ਨੈਕਸਟ ਈਅਰ ਹੈ 2024 ਵਿੱਚ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਹੈ ਅੱਗੇ ਆ ਜਾਓ क्वेश्चन नंबर 18 ये थोड़ा स्टेटमेंट बेस्ड क्वेश्चन है थोड़ा लेंथ के देखा ध्यान ਨਾਲ ਪੜਨਾ ਆਪਾਂ ਇਹਨੂੰ ਦੇਖੋ ਇਹ ਵਿੱਚੋਂ ਕਿਹੜਾ ਗਲਤ ਹੈ ਪਰ ਗਲਤ ਦੱਸਣਾ ਪਹਿਲਾਂ ਦੇਖੋ ਲੋਕ ਸਭਾ ਲਈ ਯੋਗ ਹੋਣ ਲਈ ਕਿਸੇ ਵਿਅਕਤੀ ਦੀ ਉਮਰ ਘੱਟੋ ਘੱਟ 25 ਸਾਲ ਹੋਣੀ ਚਾਹੀਦੀ ਹੈ ਜਿਹੜੀ ਕਿ ਲੋਕ ਸਭਾ ਦੀ ਏਜ ਦੀ ਗੱਲ ਕਰੀ ਹੈ ਠੀਕ ਹੈ ਲੋਕ ਸਭਾ ਚ ਕਹਿੰਦੇ ਜਿਹੜੀ ਏਜ ਹੈ ਉਹ 25 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਘੱਟੋ ਘੱਟ 25 ਉਸ ਤੋਂ ਵੱਧ ਦੂਸਰਾ ਕੋਈ ਵਿਅਕਤੀ ਇੱਕੋ ਸਮੇਂ ਲੋਕ ਸਭਾ ਤੇ ਰਾਜ ਸਭਾ ਦਾ ਮੈਂਬਰ ਦੋਵਾਂ ਦਾ ਬਣ ਸਕਦਾ ਹੈ ਕਿ ਇੱਕੋ ਮੈਂਬਰ ਜਿਹੜਾ ਉਹ ਲੋਕ ਸਭਾ ਦਾ ਮੈਂਬਰ ਵੀ ਹੋਵੇ ਉਹ ਹੀ ਰਾਜ ਸਭਾ ਦਾ ਮੈਂਬਰ ਵੀ ਹੋਵੇ ਆਪਸ਼ਨ ਦੀ ਦੇਖੋ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਨਾਲ ਸੰਬੰਧਿਤ ਵਿਅਕਤੀ ਜਨਰਲ ਸੀਟ ਤੋਂ ਵੀ ਚੋਣ ਲੜ ਸਕਦਾ ਹੈ ਨਾ ਕਿ ਸਿਰਫ ਰਾਖਵੀਂ ਉਹਦੀ ਮਰਜ਼ੀ ਹੈ ਵੀ ਰਿਜ਼ਰਵ ਸੀਟ ਤੋਂ ਲੜਨਾ ਹੈ ਕਿ ਜਨਰਲ ਸੀਟ ਤੋਂ ਲੜਨਾ ਹੈ ਨਾ ਨੈਕਸਟ ਦੇਖੋ ਆਪਸ਼ਨ 4 ਜੇਕਰ ਕਿਸੇ ਸਦਨ ਦਾ ਕੋਈ ਮੈਂਬਰ ਆਪਣੀ ਪਾਰਟੀ ਦੁਆਰਾ ਦਿੱਤੇ ਨਿਰਦੇਸ਼ਾਂ ਦੇ ਵਿਰੁੱਧ ਵੋਟ ਪਾਉਂਦਾ ਹੈ ਤਾਂ ਉਸ ਨੂੰ ਅਯੋਗ ਮੰਨਿਆ ਜਾਂਦਾ ਉਹਦੀ ਜਿਹੜੀ ਇਨਵੋਲਿਡ ਕਰ ਦਿੱਤੀ ਜਾਊਗੀ ਕਰਾਰ ਜੇਕਰ ਉਹ ਆਪਣੀ ਹੀ ਪਾਰਟੀ ਦੇ ਇਨਸਟਰਕਸ਼ਨਸ ਨੂੰ ਜਾਂ ਉਹਨਾਂ ਦੇ ਰੂਲਸ ਨੂੰ ਫੋਲੋ ਨਹੀਂ ਕਰਦਾ ਦੇਖੋ ਇਹਦੇ ਵਿੱਚੋਂ ਕਿਹੜਾ ਗਲਤ ਹੈ ਇਹ ਜਿਹੜੀ ਗਲਤ ਸਟੇਟਮੈਂਟ ਹੈ ਉਹ ਸਿਰਫ ਆਪਸ਼ਨ ਨੰਬਰ 2 ਹੈ ਠੀਕ ਹੈ ਬਾਕੀ ਸਾਰੀਆਂ ਸਹੀ ਹੈ ਬਟ ਕੋਈ ਵੀ ਵਿਅਕਤੀ ਇੱਕੋ ਸਮੇਂ ਵਿੱਚ ਲੋਕ ਸਭਾ ਤੇ ਰਾਜ ਸਭਾ ਦਾ ਮੈਂਬਰ ਨਹੀਂ ਹੋ ਸਕਦਾ ਠੀਕ ਹੈ ਇੰਡੀਅਨ ਕਨਸਟੀਟਿਊਸ਼ਨ ਬਾਕੀ ਸਾਰਾ ਠੀਕ ਹੈ ਲੋਕ ਸਭਾ ਦੇ ਮੈਂਬਰ ਜਿਹੜੀ ਉਮਰ ਹੈ ਘੱਟੋ ਘੱਟ 25 ਹੋਣੀ ਚਾਹੀਦੀ ਹੈ ਇਹਦੇ ਨਾਲ ਤੁਸੀਂ ਯਾਦ ਰੱਖਿਓ ਕਿ ਰਾਜ ਸਭਾ ਦੇ ਮੈਂਬਰਾਂ ਦੀ ਜਿਹੜੀ ਉਮਰ ਹੈ ਉਹ ਘੱਟੋ ਘੱਟ 30 ਸਾਲ ਹੋਣੀ ਚਾਹੀਦੀ ਹੈ ਰਾਜ ਸਭਾ ਠੀਕ ਹੈ ਘੱਟੋ ਘੱਟ 30 ਸਾਲ ਔਰ ਲੋਕ ਸਭਾ ਦੀ 25 ਹੋਣੀ ਚਾਹੀਦੀ ਹੈ ਕੋਈ ਵੀ ਵਿਅਕਤੀ ਰਿਜ਼ਰਵ ਸੀਟ ਤੋਂ ਵੀ ਇਲੈਕਸ਼ਨ ਲੜ ਸਕਦਾ ਹੈ ਤੇ ਜਨਰਲ ਸੀਟ ਤੋਂ ਵੀ ਲੜ ਸਕਦਾ ਹੈ ਤੇ ਆਪਣੀ ਪਾਰਟੀ ਦੇ ਨਿਰਦੇਸ਼ਾਂ ਦੇ ਖਿਲਾਫ ਜੇ ਕੋਈ ਬੰਦਾ ਜਾਂਦਾ ਤਾਂ ਉਹਨੂੰ ਅਯੋਗ ਕਰਾਰ ਦਿੱਤਾ ਜਾਂਦਾ ਹੈ ਪ੍ਰਸ਼ਨ ਨੰਬਰ 19 ਦੇਖੋ ਭੰਗ ਹੋਈ ਲੋਕ ਸਭਾ ਦੇ ਆਖਰੀ ਸੈਸ਼ਨ ਅਤੇ ਲੋਕ ਸਭਾ ਨੂੰ ਵਾਪਸ ਬੁਲਾਉਣ ਦੇ ਵਿਚਕਾਰ ਅਧਿਕਤਮ ਅਨੁਮਤੀ ਦਿੱਤੀ ਗਈ ਮਿਆਦ ਕਿੰਨਾ ਟਾਈਮ ਪੀਰੀਅਡ ਹੋਣਾ ਚਾਹੀਦਾ ਹੈ ਇੱਕ ਲੋਕ ਸਭਾ ਜਿਹੜੀ ਡਿਸੋਲਵ ਹੋ ਚੁੱਕੀ ਹੈ ਭੰਗ ਹੋ ਚੁੱਕੀ ਹੈ ਠੀਕ ਹੈ ਇਹਨੂੰ ਡਿਸੋਲਵ ਬੋਲਦੇ ਆ ਤੇ ਉਹਦਾ ਦੁਬਾਰਾ ਸੈਸ਼ਨ ਬਣਾਉਣ ਲਈ ਕਿੰਨਾ ਟਾਈਮ ਹੋਣਾ ਚਾਹੀਦਾ ਹੈ ਦੇਖੋ ਇਹਦੀਆਂ ਆਪਸ਼ਨ ਜਿਹਦਾ ਸਹੀ ਉੱਤਰ ਹੈ ਆਪਸ਼ਨ ਡੀ 6 ਮਹੀਨੇ ਦਾ ਟਾਈਮ ਹੁੰਦਾ ਹੈ ਠੀਕ ਹੈ ਨਾਲ ਇਸ ਯਾਦ ਰੱਖਣਾ ਕਿ ਲੋਕ ਸਭਾ ਤਾਂ ਭੰਗ ਹੋ ਸਕਦੀ ਹੈ ਬਟ ਰਾਜ ਸਭਾ ਕਦੇ ਵੀ ਭੰਗ ਨਹੀਂ ਹੁੰਦੀ ਠੀਕ ਹੈ ਇਹ ਵੀ ਯਾਦ ਰੱਖਣਾ ਰਾਜ ਸਭਾ ਕੈਨ ਨਾਟ ਡਿਸੋਲਵ ਇਹ ਵਾਰੀ ਸਟੇਟਮੈਂਟਸ ਆ ਜਾਂਦਾ ਹੁੰਦਾ ਹੈ ਨੈਕਸਟ ਆ ਜਿਹੜਾ ਲਾਸਟ ਕੁਐਸਚਨ ਹੈ ਖੇਤਰ ਦੇ ਹਿਸਾਬ ਨਾਲ ਆਮ ਚੋਣਾਂ ਵਿੱਚ ਸਭ ਤੋਂ ਛੋਟਾ ਲੋਕ ਸਭਾ ਹਲਕਾ ਕਿਹੜਾ ਹੈ ਸਮੋਲੈਸਟ ਲੋਕ ਸਭਾ ਜਿਹੜਾ ਸਮੋਲੈਸਟ ਲੋਕ ਸਭਾ ਕਨਸਟੀਟੂਐਂਸੀ ਪੁੱਛੀ ਹੈ ਦੇਖੋ ਇਹਦੀਆਂ ਆਪਸ਼ਨਸ ਇਹਦਾ ਸਹੀ ਉੱਤਰ ਹੈ ਆਪਸ਼ਨ ਡੀ ਜਿਹੜਾ ਦਿੱਲੀ ਦਾ ਚਾਂਦਨੀ ਚੌਂਕ ਹੈ ਚਾਂਦਨੀ ਚੌਂਕ ਦਿੱਲੀ ਦਾ ਇਹ ਕਿਆ ਹੈ smallest ਲੋਕ ਸਭਾ ਹਲਕਾ ਹੈ ਠੀਕ ਹੈ ਬਟ ਇਹ smallest ਕਾਦੇ ਹਿਸਾਬ ਨਾਲ ਹੈ ਏਰੀਆ ਦੇ ਹਿਸਾਬ ਨਾਲ ਹੈ ਅਗਰ ਇਲੈਕਟਰਸ ਦੇ ਯਾਨੀ ਕਿ ਵੋਟਰਸ ਦੇ ਹਿਸਾਬ ਨਾਲ ਦੇਖਿਆ ਜਾਵੇ smallest ਤਾਂ ਉਹ ਕਿਹੜਾ ਹੈ ਉਹ ਲਕਸ਼ਦਵੀਪ ਹੈ ਠੀਕ ਹੈ ਲਕਸ਼ਦਵੀਪ ਇਲੈਕਟਰਸ ਦੇ ਹਿਸਾਬ ਨਾਲ smallest ਲੋਕ ਸਭਾ ਅਗਰ ਇਹਦੇ ਵਿੱਚ ਲਾਰਜੈਸਟ ਆ ਜਾਵੇ ਹੁਣ ਨਾਲੇ ਆਪਾਂ ਲਾਰਜੈਸਟ ਵਾਲਾ ਵੀ ਇਹਦੇ ਵਿੱਚ ਕਵਰ ਕਰ ਲੈਂਦੇ ਆ ਲਾਰਜੈਸਟ ਕਿਹੜਾ ਹੈ ਏਰੀਆ ਦੇ ਹਿਸਾਬ ਨਾਲ ਲਾਰਜੈਸਟ ਹੈਗਾ ਹੈ ਲਦਾਖ ਠੀਕ ਹੈ ਲਦਾਖ ਏਰੀਆ ਦੇ ਹਿਸਾਬ ਨਾਲ ਹੈ ਤੇ ਵੋਟਰ ਦੇ ਹਿਸਾਬ ਨਾਲ ਕਿਹੜਾ ਹੈ ਜੇਕਰ ਤੁਸੀਂ ਪੰਜਾਬ ਪੁਲਿਸ ਦੇ ਕਾਂਸਟੇਬਲ ਫਾਇਰਮੈਨ ਅਤੇ PTPSB ਦੇ ਕਲਰਕ ਪਟਵਾਰੀ ਅਤੇ ਵੀਡੀਓ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਘਰੇ ਬੈਠ ਕੇ ਹੀ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਤਿਆਰੀ ਕਰ ਸਕਦੇ ਹੋ ਇਸ ਦੇ ਲਈ ਅਸੀਂ ਤੁਹਾਨੂੰ ਸਾਰੇ ਹੀ ਸਿਲੇਬਸ ਜਿਵੇਂ ਕਿ ਤੁਹਾਡਾ ਮੈਥ ਰੀਜ਼ਨਿੰਗ ਪੰਜਾਬ ਜੀਕੇ ਗ੍ਰਾਮਰ ਵਗੈਰਾ ਪੰਜਾਬੀ ਤੇ ਇੰਗਲਿਸ਼ ਦੋਨੋਂ ਕੰਪਿਊਟਰ ਤੇ ਹੋਰ ਜਿੰਨਾ ਵੀ ਸਿਲੇਬਸ ਹੈ ਸਾਰੇ ਦੇ ਸਾਰੇ ਸਿਲੇਬਸ ਦੇ ਬੁੱਕਸ PDF ਜਿਹੜੇ ਪੰਜਾਬੀ ਅਤੇ ਅੰਗਰੇਜ਼ੀ ਦੋਨੋਂ ਹੀ ਭਾਸ਼ਾਵਾਂ ਵਿੱਚ ਤੁਹਾਨੂੰ ਦੇ ਰਹੇ ਹਾਂ ਅਤੇ ਨਾਲ ਅਸੀਂ ਉਸਦੇ ਸਟੱਡੀ ਐਂਡ ਇਨਫੋ ਦੇ 5 ਮੌਕ ਟੈਸਟ ਜਿਹੜੇ ਤੁਹਾਨੂੰ ਪੰਜਾਬੀ ਲੈਂਗੁਏਜ ਵਾਲੇ ਵੀ ਅਤੇ 5 ਮੌਕ ਟੈਸਟ ਜਿਹੜਾ ਤੁਹਾਡਾ ਮੇਨ ਪੇਪਰ ਹੋਣਾ ਹੈ ਉਸ ਦੇ ਵੀ ਤੁਹਾਨੂੰ ਦੇ ਰਹੇ ਹਾਂ ਇਸ ਤਰ੍ਹਾਂ ਲਗਭਗ ਪੰਜਾਬ ਦੇ ਸਾਰੇ ਹੀ ਪੇਪਰਾਂ ਦਾ ਸਾਰਾ ਸਿਲੇਬਸ ਤੁਹਾਨੂੰ ਘਰੇ ਬੈਠਿਆਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਨੋਂ ਹੀ ਭਾਸ਼ਾਵਾਂ ਵਿੱਚ ਮਿਲ ਜਾਵੇਗਾ PDFs ਮਿਲਣਗੇ ਠੀਕ ਹੈ ਇਸ ਦੇ ਲਈ ਤੁਸੀਂ ਮਿਨੀਮਮ ਦੀ ਕੀਮਤ 249 ਰੁਪਏ ਪੇ ਕਰਨੀ ਹੈ ਕਿਵੇਂ ਲੈਣਾ ਹੈ WhatsApp ਕਰਨਾ ਹੈ ਤੁਸੀਂ ਓਨਲੀ WhatsApp 9041815272 ਉੱਥੇ ਤੁਸੀਂ 249 ਰੁਪਏ ਪੇ ਕਰਨ ਤੋਂ ਬਾਅਦ ਇਸ ਨੰਬਰ ਉੱਤੇ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ ਨਾਲ ਦੀ ਨਾਲ ਸਾਰੇ ਬੁੱਕਸ ਦੇ PDF ਮਿਲ ਜਾਣਗੇ ਉਸ ਤੋਂ ਬਾਅਦ ਤੁਸੀਂ ਉਹਨਾਂ ਬੁੱਕਸ PDF ਤੋਂ ਆਪਣੀ ਤਿਆਰੀ ਜਿਹੜੀ